ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ। ਮਿੱਤਰ ਪਿਆਰਾ ਦੁਖੀ ਸੀ। ਅਖੇ ਰਾਤੀ ਸੜਕ ਪਾਰੋਂ ਇੱਕ ਖਰਗੋਸ਼ ਆਉਂਦਾ, ਸਾਰੇ ਫੁੱਲ ਬੂਟੇ ਖਾ ਜਾਂਦਾ। ਇੱਕ ਦਿਨ ਦੋਸਤ ਦਾ ਨਿੱਕਾ ਜਿਹਾ ਪੁੱਤ ਆਖਣ ਲੱਗਾ, ਅੰਕਲ, ਜਿਹੜਾ ਬੰਨੀ ਸਾਡੇ ਫੁੱਲ ਖਾ ਜਾਂਦਾ ਸੀ ਉਹ ਅੱਜ ਮਰ ਗਿਆ। ਸੜਕ ਪਾਰ ਕਰਦਾ ਹੋਇਆ ਕਿਸੇ ਵਾਹਨ ਹੇਠ ਆ ਗਿਆ। ਸੜਕ ਤੇ ਚੜ੍ਹਿਆ ਤਾਂ ਵੇਖਿਆ ਉਹ ਵਾਕਈ ਸੜਕ ਦੇ ਐਨ ਵਿਚਕਾਰ ਇਕੱਠਾ ਹੋਇਆ ਪਿਆ ਸੀ। ਰਾਹੀ ਗੱਡੀਆਂ ਹੌਲੀ ਕਰਕੇ ਲੰਘਾ ਰਹੇ ਸਨ। ਅਗਲੇ ਦਿਨ ਉਸੇ ਥਾਂ ਤੋਂ ਲੰਘਿਆ, ਕੀ ਵੇਖਦਾ, ਧੁੱਪ, ਗਰਮੀ, ਕਾਵਾਂ ਤੇ ਉੱਪਰੋਂ ਲੰਘਦੀਆਂ ਕਾਰਾਂ ਮੋਟਰਾਂ ਕਰਕੇ ਹੋਰ ਸੁੰਗੜ ਗਿਆ ਸੀ। ਅੱਜ ਕੋਈ ਵੀ ਆਪਣੀ ਗੱਡੀ ਹੌਲੀ ਨਹੀਂ ਸੀ ਕਰ ਰਿਹਾ। ਸਬੱਬੀ ਤੀਜੇ ਦਿਨ ਫੇਰ ਉੱਥੋਂ ਹੀ ਲੰਘਿਆ ਤਾਂ ਉੱਥੇ ਸਿਰਫ ਇੱਕ ਹਲਕਾ ਜਿਹਾ ਨਿਸ਼ਾਨ ਹੀ ਬਾਕੀ ਸੀ। ਓਸ਼ੋ ਦੀ ਕਹਾਣੀ ਚੇਤੇ ਆ ਗਈ। ਤੁਰੇ ਜਾਂਦੇ ਹਾਥੀ ਦੇ ਲੱਕ ਤੇ ਇੱਕ ਮੱਖੀ ਆ ਬੈਠੀ। ਅੱਗੇ ਇੱਕ ਪੁਲ ਆਇਆ, ਸੋਚਣ ਲੱਗੀ, ਘੜੀ ਦੀ ਘੜੀ ਉੱਡ ਜਾਵਾਂ, ਕਿਧਰੇ ਮੇਰੇ ਭਾਰ ਨਾਲ ਪੁਲ ਹੀ ਨਾ ਟੁੱਟ ਜਾਏ। ਫਿਰ ਅੱਗੇ ਉਹ ਨਦੀ ਆ ਗਈ। ਹਾਥੀ ਨੂੰ ਹੌਲੀ ਜਿਹੀ ਆਵਾਜ਼ ਮਾਰੀ, ਵੇ ਹਾਥੀਆ, ਪਾਰ ਕਰ ਲਏਂਗਾ ਕਿ ਹੇਠਾਂ ਉਤਰ ਜਾਵਾਂ? ਅੱਗਿਓਂ ਜਵਾਬ ਨਹੀਂ ਆਇਆ ਤਾਂ ਇਹ ਸੋਚ ਇੱਕ ਵਾਰ ਫੇਰ ਉੱਡ ਗਈ, ਕਿਧਰੇ ਕਮਲਾ ਡੁੱਬ ਹੀ ਨਾ ਜਾਏ। ਫਿਰ ਅੱਗੇ ਜਾ ਕੇ ਹਾਥੀ ਨਾਲ ਗਿਲਾ ਕਰਨ ਲੱਗੀ, ਆਖੇ ਤੂੰ ਤੇ ਮੇਰੀ ਗੱਲ ਹੀ ਨਹੀਂ ਸੀ ਗੌਲੀ, ਫਿਰ ਵੀ ਮੇਰਾ ਅਹਿਸਾਨ ਮੰਨ, ਮੈਂ ਤੈਨੂੰ ਪੁਲ ਤੋਂ ਡਿੱਗਣੋਂ ਤੇ ਪਾਣੀ 'ਚ ਡੁੱਬਣੋਂ ਬਚਾ ਲਿਆ। ਹਾਥੀ ਹੱਸ ਪਿਆ, ਆਖੇ ਬੀਬੀ, ਮੈਨੂੰ ਤੇ ਤੇਰੀ ਕੋਈ ਗੱਲ ਸੁਣੀ ਨਹੀਂ ਸੀ। ਇਰਾਨੀ ਲੇਖਕ ਖਲੀਲ ਜਿਬਰਾਨ ਲਿਖਦਾ ਹੈ ਕਿ ਜੰਗਲ 'ਚ ਤੁਰੀ ਜਾਂਦੀ ਭੁੱਖੀ ਲੂੰਬੜੀ ਨੂੰ ਆਪਣਾ ਲੰਮਾ ਪਰਛਾਵਾਂ ਵੇਖ ਵਹਿਮ ਹੋ ਗਿਆ ਕਿ ਮੇਰਾ ਐਡਾ ਵੱਡਾ ਵਜੂਦ, ਮੈਨੂੰ ਜ਼ਰੂਰ ਕੋਈ ਹਾਥੀ ਖਾਣਾ ਪਊ ਤਾਂ ਮੇਰੀ ਭੁੱਖ ਮਿਟੇਗੀ। ਹਾਥੀ ਲੱਭਦਿਆਂ ਦੁਪਹਿਰਾਂ ਪੈ ਗਈਆਂ, ਕੁਛ ਨਾ ਮਿਲਿਆ। ਫਿਰ ਖੁਦ ਦਾ ਪਰਛਾਵਾਂ ਨਿੱਕਾ ਹੋ ਗਿਆ। ਇਸ ਵਾਰ ਸੋਚਣ ਲੱਗੀ, ਹੁਣ ਤਾਂ ਜੇ ਇੱਕ ਨਿੱਕਾ ਜਿਹਾ ਸਿਹਾ ਵੀ ਮਿਲ ਜਾਏ ਤਾਂ ਮੇਰੀ ਤ੍ਰਿਪਤੀ ਹੋ ਸਕਦੀ ਹੈ। ਇਸੇ ਚੱਕਰ 'ਚ ਤਰਕਾਲਾਂ ਪੈ ਗਈਆਂ, ਨਾ ਹਾਥੀ ਮਿਲਿਆ ਨਾ ਖਰਗੋਸ਼। ਕਈ ਵਾਰ ਅਹਿਸਾਸ ਹੁੰਦਾ ਅਸੀਂ ਵੀ ਤੇ ਮੱਖੀਆਂ ਵਰਗੇ ਹੀ ਹਾਂ, ਹਾਥੀ ਤੋਂ ਵੀ ਵੱਡੇ ਉਸ ਸਿਰਜਣਹਾਰ ਦੇ ਹਰ ਵੇਲੇ ਅਹਿਸਾਨ ਕਰਦੇ ਹੋਏ। ਮੈਂ ਮਹਾਨ ਲੇਖਕ, ਕਾਰੋਬਾਰੀ, ਸਮਾਜ ਸੇਵਕ, ਲੀਡਰ, ਅਫਸਰ, ਦਾਨਿਸ਼ਵਰ, ਜੇ ਮੈਂ ਇੰਜ ਨਾ ਕਰਦਾ ਤਾਂ ਤੇਰੀ ਦੁਨੀਆ 'ਚ ਇੰਜ ਹੋ ਜਾਂਦਾ, ਉਂਝ ਹੋ ਜਾਂਦਾ। ਪਰਛਾਵੇਂ ਵੇਖ ਆਪਣੀ ਭੁੱਖ ਦਾ ਪੱਧਰ ਤੈਅ ਕਰਦੀ ਉਸ ਲੂੰਬੜੀ ਵਾਂਗ ਕਿਸੇ ਸਰਦੇ ਪੁੱਜਦੇ ਦੇ ਵਿਆਹ 'ਚ ਜਾ ਕੇ ਕਰੋੜਾਂ ਅਰਬਾਂ ਦੀ ਗੱਲ ਸੋਚਦੇ ਹੋਏ ਅਚਾਨਕ ਕੋਈ ਗਰੀਬ ਮਾਤੜ ਵੇਖ ਆਪਣੀਆਂ ਲੋੜਾਂ ਦਾ ਦਾਇਰਾ ਨਿੱਕਾ ਕਰਨ ਵਾਲੇ ਲੋਕਾਂ ਵਾਂਗ। ਪਰ ਅਕਸਰ ਭੁੱਲ ਜਾਂਦੇ ਹਾਂ ਕਿ ਹਰ ਰੋਜ਼ ਸਾਰੀ ਦੁਨੀਆ ਨੂੰ ਆਪਣੇ ਕਲਾਵੇ 'ਚ ਲੈ ਲੈਣ ਦੀ ਭੱਜ ਦੌੜ ਵਿੱਚ ਜਿਸ ਦਿਨ ਖਰਗੋਸ਼ ਵਾਂਗ ਮਰ ਮੁੱਕ ਗਏ ਤਾਂ ਤੀਜੇ ਦਿਨ ਤੱਕ ਨਾਮੋ ਨਿਸ਼ਾਨ ਤੱਕ ਵੀ ਮਿਟ ਜਾਣਾ ਹੈ। ਅਗਲੀ ਕਹਾਣੀ। ਸਿਮਰ ਨਾਮ ਸੀ ਉਹਦਾ। B.Com ਤੇ ਫਿਰ M.Com ਇਕੱਠਿਆਂ ਨੇ ਕੀਤੀ। ਮੈਂ ਅਕਸਰ ਪੜ੍ਹਾਈ 'ਚ ਪਿੱਛੇ ਰਹਿ ਜਾਂਦਾ, ਪਰ ਉਹ ਆਪਣੇ ਨੋਟਸ ਕਿਸੇ ਤਰ੍ਹਾਂ ਮੇਰੇ ਤੱਕ ਪਹੁੰਚਦੇ ਕਰ ਹੀ ਦਿਆ ਕਰਦੀ। ਸਾਡੀ ਆਪਸੀ ਗੱਲਬਾਤ ਇਸ ਵਿੱਦਿਅਕ ਲੈਣ ਦੇਣ ਤੱਕ ਹੀ ਸੀਮਤ ਸੀ। ਹੋਰ ਕਿਸੇ ਵਿਸ਼ੇ 'ਤੇ ਗੱਲਬਾਤ ਕਰਨ ਦੇ ਉਦੋਂ ਮਾਹੌਲ ਹੀ ਨਹੀਂ ਸਨ ਹੋਇਆ ਕਰਦੇ। ਫਿਰ ਉਸ ਆਖਰੀ ਸਾਲ ਦੀ ਫੇਅਰਵੈੱਲ ਪਾਰਟੀ 'ਚ ਖੁੱਲ੍ਹ ਕੇ ਗੱਲਾਂ ਹੋਈਆਂ। ਉਹਨੂੰ ਮੇਰੇ ਬਾਰੇ ਤੇ ਮੈਨੂੰ ਉਹਦੇ ਬਾਰੇ ਹੋਰ ਵੀ ਬਹੁਤ ਕੁਝ ਪਤਾ ਲੱਗਾ। ਦੋਵੇਂ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਅੱਜ ਤੋਂ ਬਾਅਦ ਜ਼ਿੰਦਗੀ ਦੀਆਂ ਦਿਸ਼ਾਵਾਂ ਬਦਲ ਜਾਣੀਆਂ ਸਨ। ਫਿਰ ਵੀ ਦਿਲ 'ਚ ਕਿਤੇ ਨਾ ਕਿਤੇ ਉਸ ਲਈ ਜਗ੍ਹਾ ਬਣੀ ਹੀ ਰਹੀ। M.Com ਮਗਰੋਂ ਮੈਨੂੰ ਉਸ ਬਾਰੇ ਪਤਾ ਲੱਗਦਾ ਰਹਿੰਦਾ। ਫਿਰ ਖਬਰ ਮਿਲੀ ਕਿ B.Ed ਕਰਕੇ ਟੀਚਰ ਬਣ ਗਈ ਸੀ। ਵਧਾਈ ਦੇਣ ਤੋਂ ਮੁੜ ਅੱਗੇ ਤੁਰਿਆ ਸਿਲਸਿਲਾ ਚਿੱਠੀ ਪੱਤਰ ਤੱਕ ਜਾ ਪੜਿਆ। ਫੋਨ, ਸੁਨੇਹੇ ਤੇ ਫਿਰ ਹੋਰ ਅਗਾਂਹ ਵੱਧ ਇਕੱਠਿਆਂ ਰਹਿਣ ਦੇ ਕਿੰਨੇ ਸਾਰੇ ਕਾਲ ਕਰਾਰ। ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਸਾਰਿਆਂ ਸਾਹਮਣੇ ਉਹਦਾ ਜ਼ਿਕਰ ਕਰ ਦਿੱਤਾ। ਘਰ ਰਿਸ਼ਤੇਦਾਰੀ ਵਿੱਚ ਤੂਫਾਨ ਜਿਹਾ ਆ ਗਿਆ। ਜਾਤ, ਬਰਾਦਰੀ, ਸਟੇਟਸ, ਰੁਤਬਾ, ਰਹਿਣ ਸਹਿਣ, ਆਰਥਿਕ ਤੇ ਸਮਾਜਿਕ ਵੱਖਰੇਵਾਂ ਦੋਵਾਂ ਵਿਚਾਲੇ ਪੱਕੀ ਕੰਧ ਬਣ ਖਲੋ ਗਏ। ਮਾਂ ਨੇ ਮੰਜਾ ਤੇ ਜ਼ਿੱਦ ਦੋਵੇਂ ਚੀਜ਼ਾਂ ਇਕੱਠੀਆਂ ਹੀ ਫੜ ਲਈਆਂ। ਅਖੀਰ ਘਰਦਿਆਂ ਦੀ ਮਰਜ਼ੀ ਅੱਗੇ ਗੋਡੇ ਟੇਕਣੇ ਪੈ ਗਏ। ਰਾਣੀ ਨਾਮ ਦੀ ਮੂੰਹ ਮੱਥੇ ਲੱਗਦੀ ਨੇ ਅਸਲ ਰਾਣੀ ਬਣ ਬਰੂਹਾਂ ਟੱਪ ਵਿਹੜੇ ਆਣ ਪੈਰ ਪਾਇਆ। ਅਗਲੇ ਵਾਰੀ ਉਹੀ ਵਿਹੜਾ ਧੀ ਦੀਆਂ ਕਿਲਕਾਰੀਆਂ ਨਾਲ ਖਿੜ ਉੱਠਿਆ। ਨਾਮ ਰੱਖਣ ਦੀ ਵਾਰੀ ਆਈ ਤਾਂ ਮੂੰਹ ਆਪ ਮੁਹਾਰੀ ਸਿਮਰ ਕੌਰ ਨਿਕਲ ਗਿਆ। ਸਭ ਨੂੰ ਚੰਗਾ ਲੱਗਿਆ ਤੇ ਫਿਰ ਇਸੇ ਨਾਮ 'ਤੇ ਪੱਕੀ ਮੋਹਰ ਲੱਗ ਗਈ। 5 ਸਾਲ ਪਤਾ ਹੀ ਨਹੀਂ ਲੱਗੇ ਕਦੋਂ ਲੰਘ ਗਏ। ਫਿਰ ਸਿਮਰ ਕੌਰ ਨੂੰ ਸਕੂਲ ਦਾਖਲ ਕਰਾਉਣ ਦੀ ਵਾਰੀ ਆਈ। ਪ੍ਰਿੰਸੀਪਲ ਦਫ਼ਤਰ ਦੇ ਬਾਹਰ ਲੱਗੀ ਨੇਮ ਪਲੇਟ 'ਤੇ ਸਿਮਰ ਕੌਰ ਨਾਮ ਪੜ੍ਹ ਕੇ ਮੱਥਾ ਜਿਹਾ ਠਣ ਗਿਆ। ਅੰਦਰ ਗਿਆ ਤਾਂ ਵਾਕਈ ਉਹੀ ਸੀ। ਨਜ਼ਰਾਂ ਮਿਲੀਆਂ।
ਇੱਕ ਪਲ ਤਾਂ ਇੰਝ ਲੱਗਾ ਜਿੱਦਾਂ ਸਮੇਂ ਦਾ ਵਹਿਣ ਥੰਮ ਜਿਹਾ ਗਿਆ ਹੋਵੇ। ਫਿਰ ਉਹਨੇ ਧੀ ਦਾ ਨਾਮ ਪੁੱਛਿਆ। ਜਵਾਬ ਸੁਣ ਕੇ ਥੋੜ੍ਹੀ ਸਹਿਜ ਜਿਹੀ ਹੋ ਗਈ, ਪਰ ਮੈਨੂੰ ਸੁੰਨ ਜਿਹੇ ਹੋ ਗਏ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਦੇ ਦਿਲੋਂ ਦਿਮਾਗ 'ਚ ਉਸ ਵੇਲੇ ਕੀ ਚੱਲ ਰਿਹਾ ਸੀ। ਖੈਰ, ਬਾਹਰ ਆ ਕੇ ਨਾਲ ਦੀ ਨੂੰ ਜ਼ੋਰ ਪਾਇਆ ਕਿ ਸਿਮਰ ਨੂੰ ਕਿਤੇ ਹੋਰ ਦਾਖਲ ਕਰਵਾ ਦਿੰਦੇ ਹਾਂ। ਅੰਦਰੋਂ ਡਰ ਸਤਾ ਰਿਹਾ ਸੀ ਕਿ ਸੁੱਤੀਆਂ ਕਲਾ ਇੱਕ ਵਾਰ ਫੇਰ ਹੀ ਨਾ ਜਾਗ ਜਾਵਣ ਤੇ ਰਵਾਂ ਰਵੀਂ ਲੀਹੇ ਪਈ ਗ੍ਰਸਤੀ 'ਚ ਕੋਈ ਤੂਫਾਨ ਜਿਹਾ ਨਾ ਖੜਾ ਹੋ ਜਾਏ। ਪਰ ਰਾਣੀ ਨੇ ਜਿੱਦ ਫੜੀ ਰੱਖੀ। ਅਖੀਰ ਇੱਥੇ ਵੀ ਗੋਡੇ ਟੇਕਣੇ ਪਏ। ਫਿਰ ਮੈਂ ਆਨੇ ਬਹਾਨੇ ਉਹਨੂੰ ਸਕੂਲ ਛੱਡਣ ਲਿਆਉਣ ਤੋਂ ਟਾਲਾ ਜਿਹਾ ਵੱਟਣ ਲੱਗਾ। ਮਗਰੋਂ ਰਾਣੀ ਨੇ ਇੱਕ ਦਿਨ ਦੱਸਿਆ ਕਿ ਉਹਨੇ ਵਿਆਹ ਨਹੀਂ ਸੀ ਕਰਵਾਇਆ। ਫਿਰ ਇੱਕ ਦਿਨ ਰਾਣੀ ਕੋਲੋਂ ਹੀ ਇੱਕ ਗੱਲ ਹੋਰ ਪਤਾ ਲੱਗੀ ਕਿ ਉਹਦੀ ਕਿਸੇ ਹੋਰ ਸ਼ਹਿਰ ਬਦਲੀ ਹੋ ਗਈ ਸੀ। ਪਰ ਮੈਨੂੰ ਪਤਾ ਸੀ ਕਿ ਬਦਲੀ ਹੋਈ ਨਹੀਂ, ਸਗੋਂ ਉਹਨੇ ਖੁਦ ਹੀ ਕਰਵਾ ਲਈ ਹੋਣੀ ਹੈ, ਕਿਉਂਕਿ ਉਹ ਅਕਸਰ ਹੀ ਆਖਿਆ ਕਰਦੀ ਸੀ ਕਿ ਪਾਕ ਪਵਿੱਤਰ ਮੁਹੱਬਤਾਂ ਵਾਲੇ ਰਾਹਾਂ ਦੇ ਰਾਹੀਂ ਨਾ ਤਾਂ ਕਿਸੇ ਨੰਗੇ ਪੈਰੀ ਤੁਰੀ ਜਾਂਦੀ ਮਿੱਤਰ ਪਿਆਰੇ ਦੇ ਮੂੰਹ 'ਤੇ ਬਲੈਕਮੇਲਿੰਗ ਵਾਲਾ ਤੇਜ਼ਾਬ ਹੀ ਸਿੱਟਿਆ ਕਰਦੇ ਨੇ, ਅਤੇ ਨਾ ਹੀ ਉਹਨਾਂ ਦੇ ਰਾਹਾਂ ਵਿੱਚ ਤਿੱਖੀਆਂ ਸੂਲਾਂ ਵਾਲੇ ਕੰਡੇ ਹੀ ਖਿਲਾਰਦੇ ਨੇ। ਸਗੋਂ ਫੁੱਲ ਬਣ ਉਹਨਾਂ ਦੇ ਪੱਬਾਂ ਹੇਠ ਖੁਦ ਵਿੱਚ ਜਾਇਆ ਕਰਦੇ ਨੇ, ਜਿੱਦਾਂ ਉਹਨਾਂ ਨੂੰ ਆਪਣੇ ਵਜੂਦ ਦੀ ਭੋਰਾ ਜਿੰਨੀ ਵੀ ਕੋਈ ਪਰਵਾਹ ਹੀ ਨਾ ਹੋਵੇ। ਅਤੀਤ ਦੇ ਖਿਆਲਾਂ 'ਚ ਤੁਰੀ ਫਿਰਦੀ ਮੇਰੀ ਸੁਰਤ ਜਦੋਂ ਇੱਕ ਵਾਰ ਫਿਰ ਵਰਤਮਾਨ 'ਚ ਵਾਪਸ ਪਰਤੀ ਤਾਂ ਇੰਝ ਮਹਿਸੂਸ ਹੋਇਆ ਜਿੱਦਾਂ ਉਹ ਜਾਂਦੀ ਜਾਂਦੀ ਵੀ ਮੇਰੀ ਜ਼ਿੰਦਗੀ ਦੇ ਪਰਚੇ 'ਚ ਜ਼ਬਰਦਸਤੀ ਪਾ ਦਿੱਤੇ ਗਏ ਇੱਕ ਔਖੇ ਸਵਾਲ ਦਾ ਜਵਾਬ ਇੱਕ ਪਰਚੀ 'ਤੇ ਲਿਖ ਮੇਰੇ ਤੱਕ ਪੁੱਜਦਾ ਕਰ ਗਈ ਹੋਵੇ। ਸਹੀ ਆਖਿਆ ਕਰਦੀ ਸੀ ਉਹ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ। ਅਗਲੀ ਕਹਾਣੀ। ਘੱਟੋ ਘੱਟ 10 ਇਨਕਲਾਬ ਆਏ। ਇਸ ਇਨਸਾਨ 'ਤੇ ਵੀ ਕੁਝ ਲਿਖੋ। ਥੋੜ੍ਹੀ ਖੋਜ ਕੀਤੀ, ਝਾਰਖੰਡ ਰਾਜ ਦਾ TC ਦਾ ਅਫਸਰ ਨਿਕਲਿਆ। ਕੁੱਲ ਜਹਾਨ ਦੀ ਦੌਲਤ ਕਲਾਵੇ 'ਚ ਲੈਂਦਾ ਹੋਇਆ ਐਸਾ ਗਬਨ ਕਰ ਬੈਠਾ ਕਿ ਥੋੜ੍ਹੀ ਤੋਂ ਵੀ ਜਾਂਦਾ ਰਿਹਾ। 2 ਵਿਆਹ, ਦੋਵੇਂ ਥਾਈਂ ਤਲਾਕ, ਇੱਕ ਮੁੰਡਾ ਉਹ ਵੀ ਛੱਡ ਗਿਆ। ਅਦਾਲਤਾਂ ਦੀ ਧੂਕ ਸੀਟੀ, ਟੈਨਸ਼ਨਾਂ, ਖੱਜਲ ਖੁਆਰੀ ਕਰਕੇ ਖਾਣ ਪੀਣ ਦਾ ਸਿਲਸਿਲਾ ਵਿਗੜ ਗਿਆ। ਭਾਰ ਵੀ 1.5 ਕੁਇੰਟਲ ਤੋਂ ਟੱਪ ਗਿਆ। ਹੁਣ ਅਦਾਲਤ ਦੀਆਂ ਪੌੜੀਆਂ ਵੀ ਨਹੀਂ ਚੜ੍ਹੀਆਂ ਜਾਂਦੀਆਂ। ਲੋਕ ਆਖਦੇ ਇਸ ਨਾਲ ਇੰਝ ਹੀ ਹੋਣਾ ਚਾਹੀਦਾ ਹੈ। ਚੜ੍ਹਤ ਵੇਲੇ ਖੁਦ ਨੂੰ ਰੱਬ ਸਮਝਦਾ ਹੁੰਦਾ ਸੀ। ਮੇਰੇ ਅਤੀਤ ਅੰਦਰ ਆਣ ਵੜਿਆ। ਕਿੰਨੇ ਚਿਹਰੇ ਘੁੰਮ ਗਏ। ਜਵਾਨੀ ਤੇ ਨੌਕਰੀ ਦੀ ਸਿਖਰ 'ਤੇ ਵਹਿਮ ਹੋ ਗਿਆ। ਅਸੀਂ ਤਾਂ ਰੱਬ ਹਾਂ, ਜੋ ਚਾਹੀਏ ਕਰ ਸਕਦੇ ਹਾਂ। ਬਾਕੀ ਸਭ ਕੀੜੇ ਮਕੌੜੇ, ਮਾਰੀਏ ਕੁੱਟੀਏ, ਸਰੀਰਾਂ ਨਾਲ ਖੇਡੀਏ, ਸਾਡੀ ਮਰਜ਼ੀ। ਭਾਈ ਬਲਵਿੰਦਰ ਸਿੰਘ ਪੱਖੋਕੇ ਦਾ ਸੰਘਰਸ਼ ਦਾ ਸੱਚ ਪ੍ਰੋਗਰਾਮ ਸ਼ਹੀਦ ਹੋਏ ਇੱਕ ਸਿੰਘ ਦੀ ਸਿੰਘਣੀ ਦੱਸ ਰਹੀ ਸੀ। ਮਰੜੀ ਪਿੰਡ ਦਾ ਤੇਗ ਬਹਾਦਰ ਨਾਮ ਦਾ ਥਾਣੇਦਾਰ ਹਵਾਲਾਤ 'ਚ ਗਹਿਰੀ ਅੱਖ ਰੱਖਿਆ ਕਰਦਾ। ਮਾਂ ਦੀ ਕੁੱਖ ਵਿੱਚੋਂ ਜਿਸ ਮਾਧਿਅਮ ਰਾਹੀਂ ਬਾਹਰਲੀ ਦੁਨੀਆ 'ਚ ਆਗਮਨ ਹੋਇਆ, ਉਸ ਸਿੰਘਣੀ ਦੇ ਉਸੇ ਮਾਧਿਅਮ ਨੂੰ ਪੀਸੀਆਂ ਲਾਲ ਮਿਰਚਾਂ ਨਾਲ ਭਰ ਦਿਆ ਕਰਦਾ। ਹੋਰ ਵੀ ਕਿੰਨਾ ਕੁਝ ਸ਼ਾਇਦ ਲਿਖਣਾ ਸੰਭਵ ਨਾ ਹੋਵੇ, ਦੱਸਦੇ ਕਦੇ ਦਾ ਮੁੱਕ ਗਿਆ। ਖੁਦ ਨੂੰ ਸੂਬਾ ਸਰਹੰਦ ਅਖਵਾਉਂਦਾ ਇੱਕ ਹੋਰ। ਇੱਕ ਵੇਰ 3 ਬੀਬੀਆਂ ਨੂੰ ਹਰੀਕੇ ਲੈ ਤੁਰੇ। ਵਿੱਚੇ ਭਾਈ ਖੋਜਕੀਪੁਰ ਦੀ ਸਿੰਘਣੀ ਵੀ। ਉੱਪਰੋਂ ਹੁਕਮ ਸਾਰੀਆਂ ਮਾਰ ਕੇ ਨਹਿਰੇ ਰੋੜ ਦੇਣੀਆਂ। ਬੇਬਸ ਵੇਖ ਅੰਦਰ ਦੇ ਜਾਨਵਰ ਜਾਗ ਪਏ। ਫਿਰ ਕੱਲੀ ਕੱਲੀ ਨੂੰ ਨਹਿਰ ਦੀ ਢਾਬ 'ਤੇ ਖੜ ਵਾਰੋ ਵਾਰੀ ਸਿਰਫ ਚੀਕਾਂ ਹੀ ਸੁਣਦੀਆਂ ਸਨ। ਜਿਪਸੀ ਅੰਦਰ ਬੈਠੀ ਬੀਬੀ ਪਲਵਿੰਦਰ ਕੌਰ ਕਿਸੇ ਤਰ੍ਹਾਂ ਹੱਥਕੜੀ ਖੁਲਵਾ ਸਿੱਧੀ ਨਹਿਰ 'ਚ ਛਾਲ ਮਾਰ ਦਿੱਤੀ। ਕੁਦਰਤੀ ਬੁਰਜੀ ਨੂੰ ਹੱਥ ਪੈ ਗਿਆ। ਜਾਨਵਰ ਬੜਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹਨੂੰ ਤੇ ਜਿਉਂਦਿਆਂ ਰੱਖਣਾ ਸੀ, ਮਰ ਗਈ ਤਾਂ ਉੱਪਰ ਕੀ ਆਖਣਾ। ਫਿਰ ਬਾਬੇ ਨਾਨਕ ਦੀ ਫੋਟੋ 'ਤੇ ਹੱਥ ਰੱਖ ਸਹੁੰਆਂ ਖਾਧੀਆਂ, ਤੂੰ ਸਾਡੀ ਭੈਣ ਏ, ਛਾਲ ਨਾ ਮਾਰੀ। ਫਿਰ ਤਸੱਲੀ ਹੋ ਗਈ ਤਾਂ ਬਾਹਰ ਆਈ। ਅਜੇ ਵੀ ਜਿਉਂਦੀ ਏ, ਆਉਂਦੀਆਂ ਪੀੜ੍ਹੀਆਂ ਨੂੰ ਸੱਚ ਦੱਸਣ ਲਈ। ਜੇ 100 ਪਰਦੇ ਪਾੜ ਕੇ ਵੀ ਬਾਹਰ ਆ ਜਾਂਦਾ, ਉਹੀ ਸੂਬਾ ਸਰਹੰਦ ਕਿਸੇ ਝੂਠੇ ਮੁਕਾਬਲੇ ਵਾਲੇ ਕੇਸ ਵਿੱਚ ਜਦੋਂ 10 ਸਾਲ ਸਜ਼ਾ ਹੋਈ ਤਾਂ ਅਦਾਲਤ ਵਿੱਚ ਹੀ ਮੂਤ ਨਿਕਲ ਗਿਆ, ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ। ਰੋਪੜ ਦਾ ਸ਼ਾਇਦ ਬਿਸ਼ਨਾ ਹੌਲਦਾਰ ਅਖੇ ਕੋਈ ਛਾਤੀ 'ਤੇ ਭਾਰ ਪਾਉਂਦਾ, ਨੀਂਦਰ ਨਹੀਂ ਆਉਂਦੀ। ਚੜ੍ਹਤ ਵਾਲੇ ਦਿਨਾਂ ਵੇਲੇ ਹੌਲੀ ਉਮਰ ਦਾ ਘਬਰੇਟ ਮਾਰਿਆ ਸੀ ਕੋਈ। ਕੋਹ ਕੇ ਕੌਣ ਕਹਿੰਦਾ ਰੂਹਾਂ ਨਹੀਂ ਹੁੰਦੀਆਂ। ਇੱਕ ਨਹੀਂ, ਅਨੇਕਾਂ ਨੇ। ਮੱਖਣ ਜਲਾਦ, ਗੁਰਮੇਲ ਸਿੰਘ ਬਾਈ,
ਨਰਿੰਦਰ ਮੱਲੀ, ਅਜੀਤ ਸੰਧੂ, ਦਰਸ਼ਨ ਸਿੰਘ ਮਾਨ, ਹੋਰ ਵੀ ਅਨੇਕਾਂ। ਪਾਪਾਂ ਦੇ ਬੋਝ ਹੇਠ ਸਹਿਕਦੀਆਂ ਰੂਹਾਂ ਜਿਸ ਔਲਾਦ ਖਾਤਰ ਇੰਨੇ ਕਹਿਰ ਢਾਏ ਹੁੰਦੇ, ਉਹ ਵੀ ਲਾਗੇ ਨਹੀਂ ਲੱਗਣ ਦਿੰਦੀ। ਮਾਇਆ ਮਿਲੀ ਨਾ ਰਾਮ, ਇੱਕ ਮਾਨਸਿਕਤਾ, ਇੱਕ ਮਨੋਵਸਥਾ, ਜਨੂਨ, ਨਸ਼ਾ, ਪਾਗਲਪਨ, ਵਹਿਸ਼ੀਅਤ, ਸਾਰਾ ਕੁਝ ਆਪਣੇ ਕਲਾਵੇ 'ਚ ਲੈ ਲੈਣ ਦੀ ਮਗਰਮੱਛੀ ਕੈਫੀਅਤ। ਤਰੱਕੀ, ਪੈਸੇ, ਦੌਲਤ, ਵਾਹ-ਵਾਹ, ਹਉਮੈ ਦੀ ਅੰਨੀ ਦੌੜ। ਹਯਾਤੀ ਦੀ ਸਿਖਰ ਦੁਪਹਿਰੇ ਇਹ ਵੀ ਪਤਾ ਨਹੀਂ ਲੱਗਦਾ ਕਿ ਸਿਰ 'ਤੇ ਚਮਕਦਾ ਕੁਝ ਘੰਟਿਆਂ ਬਾਅਦ ਢਲਣਾ ਵੀ ਏ। ਨਿੱਕੇ ਨਿੱਕੇ ਦਿਸਦੇ ਪਰਛਾਵੇਂ ਆਪਣੇ ਕੱਦ ਤੋਂ ਵੀ ਵੱਡੇ ਹੋ ਜਾਣੇ। ਪਛਤਾਵੇ ਤੇ ਨਿਰਾਸ਼ਾ ਦੇ ਉਹ ਉੱਚੇ ਪਹਾੜ ਜਿਨ੍ਹਾਂ ਦੀ ਟੀਸੀ 'ਤੇ ਕਦੀ ਇਹ ਸੋਚ ਚੜ੍ਹਿਆ ਹੁੰਦਾ ਕਿ ਸ਼ਾਇਦ ਉੱਥੇ ਵੀ ਕੋਈ ਦੱਬਿਆ ਹੋਇਆ ਖਜ਼ਾਨਾ ਮਿਲ ਜਾਏ। ਨਿੱਕੇ ਹੁੰਦਿਆਂ ਨੌਸ਼ਹਿਰੇ ਦੇ ਮੱਸਿਆ ਤੇ ਕੰਗ ਦਾ ਗਾਇਆ ਇਹ ਗੀਤ ਅਕਸਰ ਕੰਨੀ ਪੈ ਜਾਇਆ ਕਰਦਾ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ 'ਚੋਂ ਖੱਟਿਆ। ਦੁਨੀਆ ਕਰਦੀ ਮਾਇਆ ਮਾਇਆ, ਮਾਇਆ ਹੈ ਦੋ ਪਲ ਦੀ ਛਾਇਆ। ਹੋਸ਼ ਭੁਲਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ 'ਚੋਂ ਖੱਟਿਆ। ਅੱਜ ਸਮਝ ਆਈ ਕਿ ਵਾਕਈ ਕੁੱਲ ਜਹਾਨ ਦੀ ਦੌਲਤ ਆਪਣੇ ਅੰਦਰ ਸਮੋ ਕੇ ਵੀ ਕੁਝ ਰੂਹਾਂ ਕਿੱਦਾਂ ਅੰਦਰੋਂ ਖਾਲੀ ਦੀਆਂ ਖਾਲੀ ਰਹਿ ਜਾਂਦੀਆਂ, ਤਿੜਕੇ ਘੜੇ ਵਾਂਗ, ਜਾਲੀਦਾਰ ਥੱਲੇ ਵਾਲੀ ਬਾਲਟੀ ਵਾਂਗ। ਅਗਲੀ ਕਹਾਣੀ। ਵੇਖਾ ਵਿਖਾਈ ਦੀ ਰਸਮ ਮੁੰਡੇ ਦੇ ਲੇਟ ਅੱਪੜਨ ਕਰਕੇ ਥੋੜ੍ਹੀ ਦੇਰ ਨਾਲ ਸ਼ੁਰੂ ਹੋਈ। ਸ਼ੁਰੂ ਦੀ ਰਸਮੀ ਮਿਲਣੀ ਮਗਰੋਂ ਮੁੰਡੇ ਕੁੜੀ ਨੂੰ ਇਕੱਲੇ ਗੱਲਬਾਤ ਲਈ ਉੱਪਰਲੇ ਚੁਬਾਰੇ 'ਚ ਭੇਜ ਦਿੱਤਾ ਗਿਆ। ਇੰਨਾ ਲੇਟ ਆਏ, ਸਾਰੇ ਤੁਹਾਡੀ ਉਡੀਕ ਕਰੀ ਜਾਂਦੇ ਸੀ। ਸਰਸਰੀ ਗੱਲਬਾਤ ਮਗਰੋਂ ਕੁੜੀ ਨੇ ਸਵਾਲ ਕਰ ਦਿੱਤਾ। ਉਹ ਮੇਰੇ ਪੁਰਾਣੇ ਯਾਰ ਬੇਲੀ ਇਕੱਠੇ ਹੋ ਕੇ ਖਹਿੜੇ ਜਿਹੀ ਪੈ ਗਏ। ਅਜੀਬ ਜੀ ਮੰਗ ਸੀ ਉਹਨਾਂ ਦੀ। ਅਖੀ ਕਨੇਡੀਓ ਆਇਆ, ਉੱਥੋਂ ਦਾ ਐਡਵਾਂਸ ਲਾਈਫ ਸਟਾਈਲ, ਖੁੱਲ੍ਹਾ ਡੁੱਲਾ ਮਾਹੌਲ। ਆਖਣ ਲੱਗੇ ਅੱਜ ਤੇਰਾ ਏਡਸ ਟੈਸਟ ਕਰਵਾਉਣਾ ਹੀ ਕਰਵਾਉਣਾ। ਮੈਂ ਨਾ ਕਰ ਸਕਿਆ ਤੇ ਸਾਰੇ ਸ਼ੁਗਲ 'ਚ ਹੀ ਮੈਨੂੰ ਸਰਕਾਰੀ ਹਸਪਤਾਲ ਲੈ ਗਏ। ਬਸ ਉੱਥੇ ਹੀ ਥੋੜ੍ਹੀ ਦੇਰ ਹੋ ਗਈ। ਮੈਨੂੰ ਵੀ ਹਸਪਤਾਲ ਦਾ ਐਡਰੈਸ ਟੈਕਸਟ ਕਰ ਦਿੰਦੇ, ਨਾਲ ਲੱਗਦੇ ਮੈਂ ਖੁਦ ਵੀ ਕਰਵਾ ਲੈਂਦੀ ਇਹ ਟੈਸਟ। ਮਾਹੌਲ 'ਚ ਇੱਕਦਮ ਚੁੱਪ ਜਿਹੀ ਪਸਰ ਗਈ। ਘੜੀ ਕੁ ਮਗਰੋਂ ਹੀ ਹੌਲੀ ਜਿਹੀ ਐਕਸਕਿਊਜ਼ ਮੀ ਆਖ ਹੇਠਾਂ ਉਤਰ ਆਇਆ। ਥੱਲੇ ਆਉਂਦਿਆਂ ਹੀ ਗੁਲਾਬ ਜਾਮਣ ਖਾਂਦੀ ਮਾਂ ਦੇ ਕੰਨ 'ਚ ਕੁਝ ਖੁਸਰ ਜਿਹੀ ਕੀਤੀ ਤੇ ਨਾਲ ਹੀ ਭਰਿਆ ਭਰਾਇਆ ਮੇਲਾ ਉੱਜੜ ਗਿਆ। ਵਰ੍ਹਿਆਂ ਤੋਂ ਚਰਿੱਤਰਹੀਨਤਾ ਦੇ ਪੈਮਾਨਿਆਂ ਨੂੰ ਆਪਣੇ ਹਿਸਾਬ ਨਾਲ ਹੀ ਤੋਲਦੀ ਆਈ ਕਦਰਾਂ ਕੀਮਤਾਂ ਵਾਲੀ ਇਤਿਹਾਸਿਕ ਤੱਕੜੀ ਦੇ ਦੋਵੇਂ ਪਲੜੇ ਅੱਜ ਬਰਾਬਰ ਜੋ ਆ ਗਏ ਸਨ। ਸ਼ਾਇਦ। ਅਗਲੀ ਕਹਾਣੀ। ਸ਼ਾਇਦ 7ਵੀਂ 'ਚ ਪੜ੍ਹਦਾ ਸਾਂ। ਪਿਤਾ ਜੀ ਨੇ ਚੈੱਕ ਜਮ੍ਹਾਂ ਕਰਾਉਣ ਬੈਂਕ ਭੇਜਿਆ। ਬਟਾਲਾ GT ਰੋਡ, ਇਲਾਹਾਬਾਦ ਬੈਂਕ। ਲਾਈਨ ਕਾਫੀ ਲੰਮੀ ਸੀ। ਘੜੀ ਲੱਗ ਗਈ। ਬਾਹਰ ਆਇਆ ਤੇ ਵੇਖਿਆ ਸਾਈਕਲ ਚੋਰੀ ਕੀਤਾ ਜਾ ਚੁੱਕਾ ਸੀ। ਬੜੀਆਂ ਝਿੜਕਾਂ ਪਈਆਂ। ਚੋਰ ਤੇ ਗੁੱਸਾ ਆਈ ਜਾਵੇ। 2 ਦਿਨਾਂ ਮਗਰੋਂ ਕਿਸੇ ਦੇ ਆਖਣ ਤੇ ਇੱਕ ਸਕੀਮ ਲੜਾਈ। ਬਗੈਰ ਤਾਲੇ ਤੋਂ ਦੂਜਾ ਸਾਈਕਲ ਐਨ ਉਸ ਜਗ੍ਹਾ ਖੜਾ ਕਰ ਆਪ ਸਾਹਮਣੇ ਦੁਕਾਨ ਦੇ ਅੰਦਰ ਲੁੱਕ ਕੇ ਬਹਿ ਗਏ। 2 ਕੁ ਘੰਟੇ ਬਾਅਦ ਹੌਲੀ ਜਿਹੀ ਉਮਰ ਦਾ ਮੁੰਡਾ ਆਇਆ। ਇੱਧਰ ਉੱਧਰ ਵੇਖ 2 ਕੁ ਗੇੜੇ ਜਿਹੇ ਦੇ ਕੇ ਸਾਈਕਲ ਸਟੈਂਡ ਤੋਂ ਲਾ ਕੇ ਤੁਰਨ ਹੀ ਲੱਗਾ ਸੀ ਕਿ ਅਸੀਂ ਸਾਰੇ ਭੱਜ ਕੇ ਦੁਆਲੇ ਹੋ ਗਏ। ਫਿਰ ਕੁੱਟਦੇ ਕੁਟਾਉਂਦੇ ਉਹਨੂੰ ਸਟੇਸ਼ਨ ਤੇ ਰੇਲਵੇ ਦੀ ਪੁਲਿਸ ਚੌਂਕੀ ਲੈ ਗਏ। ਆਖਣ ਲੱਗਾ ਸਹੁੰ ਗੁਰੂ ਦੀ, ਕੁਛ ਦਿਨ ਪਹਿਲਾਂ ਵਾਲੀ ਮੇਰੀ ਪਹਿਲੀ ਚੋਰੀ ਸੀ ਤੇ ਅੱਜ ਦੂਜੀ ਕਰਦਾ ਤੁਸੀਂ ਫੜ ਲਿਆ। ਪਿਓ ਨਸ਼ੇ ਕਰਕੇ ਮਰ ਗਿਆ ਤੇ ਮਾਂ ਦਮੇ ਦੀ ਮਰੀਜ਼ ਹੈ। ਕਿੰਨੇ ਸਾਰੇ ਛੋਟੇ ਭੈਣ ਭਾਈਆਂ ਦੀ ਜ਼ਿੰਮੇਵਾਰੀ ਮੇਰੇ ਤੇ ਹੈ ਤੇ ਉੱਤੋਂ 3 ਮਹੀਨੇ ਦਾ ਕਿਰਾਇਆ ਫਸੇ ਪਏ ਕੋਲੋਂ ਇਹ ਕੰਮ ਹੋ ਗਿਆ। ਇੱਕ ਵਾਰ ਜਾਣ ਦਿਓ। ਪਰ ਉਹਦੀ ਇਹ ਫਿਲਮੀ ਜਿਹੀ ਲੱਗਦੀ ਕਹਾਣੀ ਤੇ ਕੋਈ ਇਤਬਾਰ ਨਾ ਕਰੇ। ਬਸ ਸਭ ਕੁੱਟੀ ਜਾਣ ਤੇ ਆਖੀ ਜਾਣ ਪਰਚਾ ਕਰਾ ਕੇ ਅੰਦਰ ਦਿਓ। ਪਰ ਪਿਤਾ ਜੀ ਆਖਣ ਲੱਗੇ ਕਿ ਜ਼ਰੂਰੀ ਨਹੀਂ ਕਿ ਝੂਠ ਹੀ ਬੋਲਦਾ ਹੋਵੇ, ਸੱਚ ਵੀ ਹੋ ਸਕਦਾ। ਇੱਕ ਮੌਕਾ ਤੇ ਮਿਲਣਾ ਹੀ ਚਾਹੀਦਾ। ਫਿਰ ਉਹਨੂੰ ਆਖਣ ਲੱਗੇ ਬੇਟਾ ਪਹਿਲਾਂ ਚੋਰੀ ਕੀਤਾ ਹੋਇਆ ਮੋੜ ਜਾ, ਤੈਨੂੰ ਪੁਲਿਸ ਤੋਂ ਬਚਾਉਣਾ ਮੇਰਾ ਕੰਮ ਹੈ। ਅਗਲੇ ਦਿਨ ਬਿਮਾਰ ਮਾਂ ਦੇ ਨਾਲ ਆਇਆ ਤੇ ਸਾਈਕਲ ਮੋੜ ਗਿਆ। ਮਾਂ ਦੀ ਹਾਲਤ ਤੋਂ ਘਰ ਦਾ ਅੰਦਾਜ਼ਾ ਲੱਗ ਗਿਆ। ਮਗਰੋਂ ਪਿਤਾ ਜੀ ਨੇ ਸਟੇਸ਼ਨ ਲਾਗੇ ਇੱਕ ਫੈਕਟਰੀ ਵਿੱਚ ਆਪਣੀ ਗਰੰਟੀ ਤੇ ਨੌਕਰੀ ਤੇ ਰਖਵਾ ਦਿੱਤਾ। ਮੁੜ ਅਸੀਂ ਅੰਮ੍ਰਿਤਸਰ ਆ ਗਏ ਤੇ ਉਹਦਾ ਚੇਤਾ ਭੁੱਲ ਗਿਆ। ਕਾਫੀ ਅਰਸੇ ਮਗਰੋਂ 2015 'ਚ ਇੱਕ ਦਿਨ ਖਬਰ ਮਿਲੀ ਕਿ ਪਿਤਾ ਜੀ ਸੁਰਗਵਾਸ ਹੋ ਗਏ। ਬਾਹਰੋਂ ਪੰਜਾਬ ਪਹੁੰਚਿਆ, ਹੱਥੀਂ ਸੰਸਕਾਰ ਕੀਤਾ। ਮਗਰੋਂ ਭੋਗ ਵੀ ਪੈ ਗਿਆ ਤੇ ਗੋਇੰਦਵਾਲ ਸਾਹਿਬ ਫੁੱਲ ਵੀ ਧਾਰੇ ਗਏ। ਇੱਕ ਦਿਨ ਵਿਹੜੇ 'ਚ ਬੈਠੇ ਸਾਂ ਕਿ ਬਾਹਰ ਬੈਲ ਵੱਜੀ। ਵੇਖਿਆ ਤਾਂ ਬਾਹਰ 2 ਪੁਲਿਸ ਵਾਲੇ ਖਲੋਤੇ ਸੀ। ਅੰਦਾਜ਼ਾ ਲਾ ਲਿਆ ਕਿ ਕਿਰਾਏ ਦੇ ਦੂਜੇ ਘਰ ਤੇ ਕਾਬਜ਼ ਮੱਕਾਰ ਕਿਰਾਏਦਾਰ ਦੀ ਹੀ ਕੋਈ ਚਾਲ ਹੋਣੀ ਹੈ। ਗੇਟ ਖੋਲ੍ਹਿਆ ਤਾਂ ਪੱਗ ਬੰਨੀ ਹੌਲਦਾਰ ਅੰਦਰ ਲੰਘ ਆਇਆ।
ਇਹ ਤੋਂ ਪਹਿਲਾਂ ਕਿ ਉਹ ਪਛਾਣ 'ਚ ਆਉਂਦਾ ਤੇ ਜਾਂ ਕੋਈ ਗੱਲ ਕਿਸੇ ਦੀ ਸਮਝ 'ਚ ਆਉਂਦੀ, ਉਹ ਆਖਣ ਲੱਗਾ, ਜੀ ਮੈਂ ਉਹੀ ਹਾਂ, ਬਟਾਲੇ ਸਾਈਕਲ ਚੋਰੀ ਕਰਨ ਵਾਲਾ, ਜਿਹਨੂੰ ਸਰਦਾਰ ਜੀ ਨੇ ਕਿਸੇ ਵੇਲੇ ਬਾਂਸਲ ਸਾਹਿਬ ਦੀ ਫੈਕਟਰੀ 'ਚ ਨੌਕਰੀ 'ਤੇ ਰਖਵਾਇਆ ਸੀ। ਅਗਲੀ ਕਹਾਣੀ ਦੱਸਣ ਲੱਗਾ ਭਾਵੁਕ ਹੋ ਗਿਆ। ਜਦੋਂ ਮਾਂ ਪੂਰੀ ਹੋ ਗਈ ਸੀ ਤੇ ਨਿੱਕਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮੋਢਿਆਂ 'ਤੇ ਆ ਪਈ। ਫੈਕਟਰੀ ਵਾਲੇ ਬਾਂਸਲ ਸਾਹਿਬ ਦੀ ਸਿਫਾਰਿਸ਼ ਨਾਲ ਹੋਮਗਾਰਡ 'ਚ ਭਰਤੀ ਹੋ ਗਿਆ ਤੇ ਮਗਰੋਂ ਲਾਂਗਰੀ ਬਣ ਪੁਲਿਸ ਦਾ ਪੱਕਾ ਨੰਬਰ ਲੈ ਲਿਆ। ਹੁਣ ਥੋੜ੍ਹੇ ਹੀ ਦਿਨ ਹੋਏ ਨੇ ਹੁਸ਼ਿਆਰਪੁਰੋਂ ਬਦਲ ਕੇ ਅੰਮ੍ਰਿਤਸਰ ਆਇਆ। ਸਟੇਸ਼ਨ ਗਿਆ ਤਾਂ ਪਤਾ ਲੱਗਾ ਸਰਦਾਰ ਜੀ ਪੂਰੇ ਹੋ ਗਏ ਨੇ। ਬਸ ਉਸੇ ਵੇਲੇ ਇੱਧਰ ਨੂੰ ਨੱਸਿਆ ਆਇਆ। ਇਹ ਤੋਂ ਮਗਰੋਂ ਫਿਰ ਉਹ ਤੋਂ ਕੋਈ ਹੋਰ ਗੱਲ ਨਾ ਹੋ ਸਕੀ। ਥੋੜ੍ਹੇ ਚਿਰ ਦੀ ਚੁੱਪ ਮਗਰੋਂ ਆਖਣ ਲੱਗਾ ਕਿ ਵੀਰ ਜੀ 20 ਸਾਲ ਹੋ ਗਏ ਨੇ ਪੁਲਿਸ ਦੀ ਨੌਕਰੀ ਕਰਦਿਆਂ। ਅੱਜ ਵੀ ਥਾਣੇ 'ਚ ਕੋਈ ਫਸਿਆ ਹੋਇਆ ਗਰੀਬ ਲੋੜਵੰਦ ਦਿਸ ਪਵੇ ਤਾਂ ਅਫਸਰਾਂ ਦਾ ਤਰਲਾ ਮਿੰਨਤ ਕਰਕੇ ਇੱਕ ਮੌਕਾ ਤੇ ਜ਼ਰੂਰ ਦਵਾਈ ਦਿੰਦਾ ਕਿ ਹੋ ਸਕਦਾ ਅਗਲਾ ਮੇਰੇ ਵਾਂਗ ਸੱਚ ਹੀ ਬੋਲਦਾ ਹੋਵੇ, ਕਿਉਂਕਿ ਇਸ ਮੁਸ਼ਕਿਲ ਘੜੀ 'ਚ ਮਿਲਿਆ ਹੋਇਆ ਇੱਕ ਮੌਕਾ ਕਿੰਨਾ ਕੀਮਤੀ ਹੁੰਦਾ ਹੈ, ਇਹ ਗੱਲ ਮੇਰੇ ਤੋਂ ਵੱਧ ਹੋਰ ਕੌਣ ਜਾਣ ਸਕਦਾ ਹੈ। ਧੰਨਵਾਦ।